ਇਹ ਜੋ ਭਾਗਵਤ ਗੀਤਾ ਦੀਆਂ ਪੰਕਤੀਆਂ ਲਿਖ ਕੇ ਅਰਥ ਕਰਕੇ ਸਮਝਾ ਰਿਹਾ ਹੈ, ਇਹ ਸਰੋਤਾ ਸੁਣ ਤੇ ਰਿਹਾ ਹੈ ਪਰ ਸਮਝ ਥੋੜ੍ਹੀ ਰਿਹਾ ਹੈ। ਸਮਝਣ ਵਾਸਤੇ ਤੇ ਹੁਣ ਮੌਜੂਦ ਹੋਣਾ ਪਊਗਾ ਨਾ ਵਰਤਮਾਨ ਦੇ ਵਿੱਚ। ਪਰ ਇਹ ਪਿਛਲੇ ਸ਼ਾਸਤਰਾਂ ਦੇ ਵਿੱਚ ਜਾ ਰਿਹਾ ਹੈ। ਇਹ ਪੰਡਤ ਦੀ ਆਦਤ ਹੁੰਦੀ ਹੈ। ਉਹ ਸ਼ਾਸਤਰਾਂ ਦੇ ਵਿੱਚ ਪਰਮਾਤਮਾ ਨੂੰ ਖੋਜਦਾ ਹੈ। ਸ਼ਾਸਤਰਾਂ ਦੇ ਵਿੱਚ ਪਰਮਾਤਮਾ ਥੋੜ੍ਹੀ ਮਿਲਦਾ ਹੈ। ਫਿਰ ਜਿਹੜੀ ਪਰੰਪਰਾ ਦੇ ਵਿੱਚ ਹੋਵੇ ਉਸੇ ਪਰੰਪਰਾ ਦੇ ਸ਼ਾਸਤਰਾਂ ਦੇ ਵਿੱਚ ਖੋਜਦਾ ਹੈ, ਭਾਵੇਂ ਉਹ ਸ਼ਾਸਤਰ ਕਿੰਨਾ ਵੀ ਪੁਰਾਣਾ ਹੋ ਜਾਵੇ। ਹੁਣ ਇਹ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਸੀ ਅਰਜਨ ਨੂੰ, ਤੇ ਕਿੰਨਾ ਪੁਰਾਣਾ ਉਪਦੇਸ਼ ਹੈ। ਤੇ ਨਾ ਉਹ ਸਰੋਤੇ ਰਹੇ ਹਨ, ਨਾ ਉਹ ਭਾਸ਼ਾ ਹੈ। ਇਸੇ ਕਰਕੇ ਹੀ ਗੀਤਾ ਦੇ ਬਹੁਤ ਟੀਕੇ ਮਿਲਦੇ ਹਨ ਬਾਜ਼ਾਰ ਦੇ ਵਿੱਚ, ਤੇ ਬਹੁਤ ਸਾਰੇ ਟੀਕੇ ਇੱਕ ਦੂਸਰੇ ਨਾਲ ਮੇਲ ਵੀ ਨਹੀਂ ਖਾਂਦੇ ਹਨ, ਕਿਉਂਕਿ ਇੱਕ ਸ਼ਬਦ ਦੇ ਕਈ ਅਰਥ ਹੋ ਗਏ ਹਨ। ਜਿੰਨੀ ਭਾਸ਼ਾ ਪੁਰਾਣੀ ਹੋ ਜਾਂਦੀ ਹੈ ਨਾ, ਓਨੇ ਹੀ ਜ਼ਿਆਦਾ ਅਰਥ ਨਿਕਲਣ ਦੀ ਸੰਭਾਵਨਾ ਹੁੰਦੀ ਹੈ। ਤੇ ਸੰਸਕ੍ਰਿਤੀ ਤੇ ਬਹੁਤ ਪੁਰਾਣੀ ਭਾਸ਼ਾ, ਤੇ ਇਹਨਾਂ ਦੇ ਬਹੁਤ ਅਰਥ ਕੀਤੇ ਹੋਏ ਹਨ, ਤੇ ਅਰਥਾਂ ਦੇ ਅੱਗੇ ਤੁਸੀਂ ਫਿਰ ਅਰਥ ਕਰ ਰਹੇ ਹੋ। ਤੇ ਉਸ ਸਮੇਂ ਤਕਰੀਬਨ 3000 ਵਰ੍ਹੇ ਪਹਿਲਾਂ ਕ੍ਰਿਸ਼ਨ ਨੇ ਅਰਜਨ ਨੂੰ ਉਪਦੇਸ਼ ਦਿੱਤਾ। ਉਹ ਤੁਸੀਂ ਕਿਵੇਂ ਸਮਝੋਗੇ? ਗੁਰੂ ਨਾਨਕ ਸਾਹਿਬ ਜੀ ਨੇ 500 ਸਾਲ ਪਹਿਲਾਂ ਉਪਦੇਸ਼ ਦਿੱਤਾ ਹੈ ਸਿੱਖਾਂ ਨੂੰ। ਸਿੱਖਾਂ ਦੇ ਉਹ ਸਮਝ ਵਿੱਚ ਨਹੀਂ ਆਉਂਦਾ। ਹਾਲੇ ਬਹੁਤਾ ਭਾਸ਼ਾ ਦਾ ਵੀ ਫਰਕ ਨਹੀਂ ਪਿਆ ਹੈ, ਥੋੜ੍ਹੀ ਤਾਂ ਬਦਲੀ ਹੈ, ਪਰ ਜ਼ਿਆਦਾ ਨਹੀਂ। ਤੇ 500 ਸਾਲ ਪਹਿਲਾਂ ਦਿੱਤਾ ਹੋਇਆ ਉਪਦੇਸ਼ ਵੀ ਕਿੱਥੇ ਸਮਝ ਵਿੱਚ ਆਉਂਦਾ ਹੈ। ਮੈਂ ਤੁਹਾਡੇ ਸਾਹਮਣੇ ਬੋਲ ਰਿਹਾ, ਦੇਖੋ। ਤੇ ਸਾਹਮਣੇ ਬੈਠ ਕੇ ਤੁਸੀਂ ਸੁਣੋਗੇ, ਜਿਵੇਂ ਕ੍ਰਿਸ਼ਨ ਦੇ ਸਾਹਮਣੇ ਅਰਜਨ ਬੈਠਾ ਹੋਇਆ ਸੀ ਤੇ ਸੁਣਦਾ ਸੀ ਨਾ ਧਿਆਨਪੂਰਵਕ। ਫਿਰ ਗੀਤਾ ਕਹੀ ਸੀ ਅਰਜਨ ਨੂੰ। ਅਰਜਨ ਦੀ ਜੋ ਪਰਿਸਥਿਤੀ ਸੀ ਉਹ ਤੁਹਾਡੀ ਥੋੜ੍ਹੀ ਹੈ। ਅਰਜਨ ਕਿੱਥੇ ਖੜਾ ਸੀ? ਮਹਾਭਾਰਤ ਦਾ ਯੁੱਧ ਸ਼ੁਰੂ ਹੋਣ ਵਾਲਾ ਸੀ। ਦੋਵੇਂ ਪਾਸੇ ਸੈਨਾ ਬਿਲਕੁਲ ਤਿਆਰ ਖੜੀ ਸੀ। ਤੇ ਅਰਜਨ ਨੂੰ ਜਦੋਂ ਦੱਸਿਆ ਗਿਆ ਵੀ ਸਾਹਮਣੇ ਕੌਣ ਕੌਣ ਖੜਾ ਹੈ, ਵੀ ਤੇਰੇ ਹੀ ਪਿਤਾਮਾ ਹਨ, ਤੇਰੇ ਹੀ ਚਾਚੇ ਤਾਏ ਦੇ ਲੜਕੇ ਹਨ, ਤੇਰੇ ਹੀ ਗੁਰੂਜਨ ਹਨ, ਤੇਰੇ ਹੀ ਮਿੱਤਰ ਹਨ। ਆਪਣੇ ਹੀ ਪਰਿਵਾਰ ਦੇ ਮੈਂਬਰ ਕੁਛ ਉੱਧਰ ਸਨ, ਕੁਛ ਇੱਧਰ ਸਨ। ਕ੍ਰਿਸ਼ਨ ਇਹਨਾਂ ਵੱਲ ਸੀ, ਕ੍ਰਿਸ਼ਨ ਦੀ ਫੌਜ ਸਾਰੀ ਦੂਸਰੇ ਪਾਸੇ ਵੱਲ ਸੀ। ਤੇ ਅਰਜਨ ਨੇ ਸੋਚਿਆ ਵੀ ਮੈਂ ਆਪਣਿਆਂ ਨੂੰ ਹੀ ਮਾਰ ਕੇ ਤੇ ਜੇ ਸਿੰਘਾਸਨ ਲੈ ਵੀ ਲਿਆ ਤਾਂ ਉਸ ਸਿੰਘਾਸਨ 'ਤੇ ਬੈਠ ਕੇ ਵੀ ਕੀ ਕਰੂੰਗਾ।
ਕਿਉਂਕਿ ਆਪਣਿਆਂ ਦੇ ਵਿੱਚ ਤੇ ਮਜ਼ਾ ਹੁੰਦਾ ਹੈ ਬੈਠਣ ਦਾ, ਆਪਣਿਆਂ ਨੂੰ ਤੇ ਦਿਖਾਉਣਾ ਹੈ ਸਿੰਘਾਸਨ ਤੇ ਬੈਠ ਕੇ, ਆਪਣਾ ਹੀ ਕੋਈ ਨਾ ਰਿਹਾ, ਸਾਰੇ ਹੀ ਮਰ ਗਏ, ਤੇ ਫਿਰ ਬੈਠਣ ਦਾ ਕੀ ਫਾਇਦਾ। ਤੇ ਆਪਣਿਆਂ ਦਾ ਮੋਹ ਆ ਗਿਆ ਹੈ, ਤੁੱਤ ਨੁੱਖ ਥੱਲੇ ਰੱਖ ਕੇ ਤੇ ਬਿਲਕੁਲ ਅਸਹਾਏ ਨਿਰਾਸ਼ ਬੈਠ ਗਿਆ ਹੈ। ਤੇ ਫਿਰ ਕ੍ਰਿਸ਼ਨ ਨੇ ਉਹਨੂੰ ਉਪਦੇਸ਼ ਦਿੱਤਾ ਹੈ, ਵੀ ਤੂੰ ਮੋਹਿਤ ਹੋ ਕਰਕੇ ਬੈਠ ਰਿਹਾ, ਤੇਰਾ ਮੋਹ ਜਾਗ ਗਿਆ, ਹੁਣ ਪਰਿਸਥਿਤੀ ਯੁੱਧ ਕਰਨ ਦੀ ਹੈ, ਤੂੰ ਉੱਠ ਯੁੱਧ ਕਰ। ਅਰਜਨ ਕਹਿੰਦਾ ਨਾ ਜੀ, ਇਸ ਯੁੱਧ ਨਾਲੋਂ ਤੇ ਮੈਨੂੰ ਸੰਨਿਆਸ ਲੈਣਾ ਜ਼ਿਆਦਾ ਬਿਹਤਰ ਹੈ, ਮੈਂ ਸਭ ਕੁਝ ਛੱਡ ਛਡਾ ਕੇ ਜੰਗਲ ਦੇ ਵਿੱਚ ਜਾ ਕੇ ਸਾਧਨਾ ਕਰੂੰਗਾ। ਤੇ ਅਰਜਨ ਦਾ ਇਰਾਦਾ ਹੈ ਸੰਨਿਆਸੀ ਹੋ ਜਾਣ ਦਾ। ਕ੍ਰਿਸ਼ਨ ਨੇ ਕਿਹਾ ਨਹੀਂ, ਤੂੰ ਛਤਰੀ ਹੈ, ਤੂੰ ਯੁੱਧ ਹੀ ਕਰ ਸਕਦਾ ਹੈ, ਤੂੰ ਅੱਖਾਂ ਮੀਟ ਕੇ ਧਿਆਨ ਦੇ ਵਿੱਚ ਬੈਠ ਨਹੀਂ ਸਕਦਾ, ਤੇ ਤੂੰ ਆਪਣਾ ਕਰਮ ਕਰ, ਨਾਲੇ ਜੈਸੇ ਵੀ ਪਰਮਾਤਮਾ ਪਰਿਸਥਿਤੀ ਦੇ ਵਿੱਚ ਦੀ ਗੁਜ਼ਾਰਦਾ ਹੈ ਉਹ ਹੀ ਠੀਕ ਹੈ। ਅਗਰ ਇਹਨਾਂ ਨੇ ਮਰਨਾ ਹੀ ਹੈ ਤੇ ਇਹਨਾਂ ਨੂੰ ਮਰੇ ਹੋਏ ਸਮਝ ਤੂੰ, ਜਿੰਨੇ ਜਿੰਨੇ ਮਰਨਾ ਹੈ ਉਹਨੇ ਮਰਨਾ ਹੀ ਹੈ, ਜੋ ਜੋ ਕੁਛ ਹੋਣਾ ਹੈ ਅਰਜਨ ਵੈਸਾ ਹੀ ਹੋਣਾ। ਉਹਨਾਂ ਨੇ ਪਹਿਲਾਂ ਅਰਜਨ ਨੂੰ ਸਮਝਾ ਕੇ ਫਿਰ ਆਪਣਾ ਯੁੱਧ ਵੱਲ ਪ੍ਰੇਰਿਤ ਵੀ ਕੀਤਾ। ਫਿਰ ਗੀਤਾ ਅਰਜਨ ਨੂੰ ਕਹੀ ਸੀ, ਤੇ ਅਰਜਨ ਨੇ ਉਸ ਸਮੇਂ ਸੁਣੀ ਸੀ, ਇਸੇ ਕਰਕੇ ਹੀ ਤੇ ਫਿਰ ਯੁੱਧ ਦੇ ਵਿੱਚ ਲੱਗ ਗਿਆ ਸੀ ਨਾ। ਪਰ ਗੀਤਾ ਸੁਣੀ ਸੀ ਸੰਜੈ ਨੇ ਦੂਰ ਬੈਠ ਕੇ ਰਾਜ ਮਹਿਲ ਦੇ ਵਿੱਚ, ਤਾਂ ਸੰਜੈ ਸੁਣਾ ਰਿਹਾ ਸੀ ਧ੍ਰਿਸ਼ਟ ਰਾਸ਼ਟਰ ਨੂੰ ਵੀ ਮੈਦਾਨੇ ਜੰਗ ਦੇ ਵਿੱਚ ਕੀ ਕੀ ਕੁਝ ਹੋ ਰਿਹਾ ਹੈ। ਤੇ ਉਸ ਤੋਂ ਬਾਅਦ ਵਿਆਸ ਜੀ ਨੇ ਲਿਖੀ ਹੈ, ਜਦੋਂ ਇੱਕ ਬੋਲਦਾ ਹੈ ਨਾ ਤੇ ਜ਼ਰੂਰੀ ਨਹੀਂ ਹੈ ਸਰੋਤਾ ਉਹੋ ਹੀ ਸਮਝ ਪਾਵੇ, ਕਿਉਂਕਿ ਬੋਲਣ ਵਾਲੇ ਦਾ ਆਪਣਾ ਤਲ ਹੁੰਦਾ ਹੈ, ਸਰੋਤੇ ਦਾ ਆਪਣਾ ਤਲ ਹੁੰਦਾ ਹੈ। ਜਿਵੇਂ ਛੋਟਾ ਬੱਚਾ ਸਿਆਣੇ ਦੀ ਗੱਲ ਨਹੀਂ ਸਮਝ ਪਾਉਂਦਾ, ਫਿਰ ਜਿਹੜਾ ਦੂਰ ਬੈਠ ਕੇ ਸੁਣ ਰਿਹਾ ਹੈ ਤੇ ਫਿਰ ਉਹ ਅੰਨੇ ਨੂੰ ਸਮਝਾ ਰਿਹਾ ਹੈ ਧ੍ਰਿਸ਼ਟ ਰਾਸ਼ਟਰ ਨੂੰ। ਉਸ ਤੋਂ ਬਾਅਦ ਵਿਆਸ ਜੀ ਨੇ ਗੀਤਾ ਲਿਖੀ, ਤਾਂ ਉਸ ਗੀਤਾ ਨੂੰ ਤੁਸੀਂ ਪੜ੍ਹਦੇ ਹੋ, ਫਿਰ ਉਸ ਗੀਤਾ ਦੇ ਤੁਸੀਂ ਅਰਥ ਕਰਦੇ ਹੋ, ਤੇ ਜੋ ਕ੍ਰਿਸ਼ਨ ਨੇ ਕਿਹਾ ਸੀ ਉਹ ਤੁਹਾਡੇ ਤੱਕ ਪਹੁੰਚਦਾ ਹੈ, ਫਿਰ ਹਜ਼ਾਰਾਂ ਸਾਲ ਬਾਅਦ ਪਹੁੰਚੇਗਾ। ਗੁਰੂ ਨਾਨਕ ਦੇਵ ਜੀ ਨੇ ਜੋ ਉਪਦੇਸ਼ ਦਿੱਤਾ ਸੀ ਨਾ ਆਪਣੇ ਸਿੱਖਾਂ ਨੂੰ, ਉਹ ਹੀ ਲਿਖਿਆ ਗਿਆ ਹੈ, ਇਸ ਕਰਕੇ ਜ਼ਿਆਦਾ ਸ਼ੁੱਧ ਹੈ, ਮੌਜੂਦਗੀ 'ਚ ਲਿਖਾਇਆ ਹੈ ਨਾ, ਤੇ ਜ਼ਿਆਦਾ ਸ਼ੁੱਧ ਉਪਦੇਸ਼ ਹੈ। ਪਰ ਇਹ ਵੀ ਸਮਝ ਵਿੱਚ ਕਿੱਥੇ ਆਉਂਦਾ ਹੈ। ਤੇ ਜਦੋਂ ਕੋਈ ਸਾਹਮਣੇ ਸਮਝਾ ਰਿਹਾ ਹੋਵੇ
ਤੇ ਫਿਰ ਵੀ ਸਮਝ ਵਿੱਚ ਨਹੀਂ ਆਉਂਦਾ ਹੈ, ਕਿਉਂਕਿ ਤੁਸੀਂ ਸ਼ਬਦਾਂ ਦੇ ਵਿੱਚ ਉਲਝ ਜਾਂਦੇ ਹੋ। ਤੁਸੀਂ ਸ਼ਬਦਾਂ ਦੇ ਵਿੱਚ ਖੋਜਦੇ ਹੋ, ਸ਼ਾਸਤਰਾਂ ਦੇ ਵਿੱਚ ਖੋਜ ਰਹੇ ਹੋ। ਸ਼ਾਸਤਰਾਂ ਦੇ ਵਿੱਚ ਸਿੱਧੇ ਨਹੀਂ ਦੇਖਦੇ ਹੋ ਤੁਸੀਂ। ਜਦੋਂ ਸ਼ਾਸਤਰ ਮੌਜੂਦ ਹੁੰਦਾ ਹੈ ਉਦੋਂ ਥੋੜ੍ਹੀ ਤੁਸੀਂ ਦੇਖਦੇ ਹੋ ਨਾ ਸੁਣਦੇ ਹੋ। ਉਦੋਂ ਸ਼ਾਸਤਰਾਂ ਦੇ ਵਿੱਚ ਉਲਝੇ ਰਹਿੰਦੇ ਹਨ ਇਹ ਪੰਡਤ, ਇਹ ਸਮਝਦਾਰ। ਫਿਰ ਜਦੋਂ ਸ਼ਾਸਤਰ ਚੱਲ ਵਸਦਾ ਹੈ ਨਾ, ਉਹਦੇ ਸ਼ਬਦਾਂ ਨੂੰ ਲੋਕ ਪੜ੍ਹਦੇ ਹਨ ਅਤੇ ਸੁਣਦੇ, ਫਿਰ ਸਮਝਦੇ ਹਨ, ਫਿਰ ਸ਼ਬਦ ਹੀ ਰਹਿ ਜਾਂਦੇ ਹਨ। ਅਤੇ ਸ਼ਬਦਾਂ ਦੇ ਵਿੱਚ ਪਰਮਾਤਮਾ ਥੋੜ੍ਹੀ ਹੈ, ਭਾਵੇਂ ਸ਼ਾਸਤਰ ਵੀ ਬੋਲ ਰਿਹਾ ਹੋਵੇ। ਫਿਰ ਵੀ ਸ਼ਬਦਾਂ ਦੇ ਵਿੱਚ ਇਸ਼ਾਰੇ ਹੀ ਕੀਤੇ ਜਾਂਦੇ ਹਨ। ਜਿੰਨਾ ਵੀ ਉਪਦੇਸ਼ ਹੈ ਗੁਰੂਆਂ ਦਾ, ਸਾਰੇ ਪਰਮਾਤਮਾ ਵੱਲ ਨੂੰ ਇਸ਼ਾਰੇ ਹਨ ਵੀ ਤੁਸੀਂ ਪਰਮਾਤਮਾ ਵੱਲ ਨੂੰ ਕਿਵੇਂ ਜਾਣਾ ਹੈ। ਤੁਸੀਂ ਸੱਚ ਵੱਲ ਨੂੰ ਚੱਲੋ, ਝੂਠ ਵੱਲੋਂ ਪਿੱਠ ਫੇਰੋ। ਇਹੋ ਹੀ ਕਿਹਾ ਗਿਆ ਹੈ ਨਾ, ਸੱਚ ਦੀ ਖੋਜ, ਪਰਮਾਤਮਾ ਵੱਲ ਨੂੰ ਚੱਲੋ। ਪਰਮਾਤਮਾ ਵੱਲ ਨੂੰ ਇਸ਼ਾਰਾ ਹਨ ਸ਼ਬਦ, ਅਤੇ ਸ਼ਬਦ ਜਿੱਧਰ ਨੂੰ ਇਸ਼ਾਰਾ ਕਰਦੇ ਹਨ ਨਾ, ਉੱਧਰ ਨੂੰ ਜਾਣਾ ਹੈ। ਸ਼ਬਦਾਂ ਵਿੱਚ ਥੋੜ੍ਹੀ ਹੈ ਪਰਮਾਤਮਾ। ਸ਼ਬਦਾਂ ਨੂੰ ਸਮਝ ਕੇ ਜਿੱਧਰ ਇਸ਼ਾਰਾ ਕੀਤਾ ਜਾਂਦਾ ਹੈ ਉੱਧਰ ਨੂੰ ਜਾਣਾ ਹੈ। ਤੁਸੀਂ ਮੇਰੇ ਸ਼ਬਦ ਵੀ ਭਾਵੇਂ ਸੁਣੀ ਜਾਓ, ਜਿਵੇਂ ਮੈਂ ਕੱਲ੍ਹ ਹੀ ਕਿਹਾ ਸੀ ਵੀ ਵਿਧੀਆਂ 'ਤੇ ਮੈਂ ਬਹੁਤ ਦੱਸਦਾ ਹਾਂ। ਵਿਧੀਆਂ ਸੁਣਨ ਦੇ ਨਾਲ ਹੀ ਥੋੜ੍ਹੀ ਪਤਾ ਲੱਗ ਜਾਂਦਾ ਹੈ। ਸ਼ਬਦਾਂ ਨੂੰ ਸੁਣ ਕੇ ਹੀ ਥੋੜ੍ਹੀ ਤੁਸੀਂ ਪੰਡਤ ਦੇ ਹੋ ਸਕਦੇ ਹੋ। ਸ਼ਬਦਾਂ ਨੂੰ ਵਿਚਾਰ ਕੇ, ਜਿਵੇਂ ਤੁਸੀਂ ਵਿਚਾਰ ਰਹੇ ਹੋ, ਇੱਦਾਂ ਸ਼ਬਦ ਹੀ ਤੁਹਾਡੇ ਅੰਦਰ ਜ਼ਿਆਦਾ ਵਧਣਗੇ। ਤੁਸੀਂ ਸ਼ਬਦਾਂ ਦੇ ਜਾਲ ਦੇ ਵਿੱਚ ਫਸ ਰਹੇ ਹੋ। ਅਮੋਲਕ ਜੀਵਨ ਤੁਸੀਂ ਗਵਾ ਰਹੇ ਹੋ ਸ਼ਬਦਾਂ ਦੇ ਜਾਲ ਵਿੱਚ ਫਸ ਕੇ। ਅਤੇ ਸ਼ਬਦਾਂ ਦਾ ਜਿਹੜਾ ਸੰਬੰਧ ਹੁੰਦਾ ਹੈ ਨਾ, ਉਹ ਵੀ ਗਹਿਰਾ ਨਹੀਂ ਹੁੰਦਾ ਹੈ ਬਹੁਤਾ। ਉਹ ਵੀ ਓਪਰਾ ਹੀ ਹੁੰਦਾ ਹੈ। ਜਿਵੇਂ ਆ ਸਾਡੇ ਕਵੀ ਨੇ ਕੁਛ ਪੰਗਤੀਆਂ ਲਿਖ ਕੇ ਭੇਜੀਆਂ ਹਨ। ਰੱਬ ਜੀ ਦੱਸੋ ਕਿਵੇਂ ਸ਼ੁਕਰ ਕਰਾਂ, ਮਿਲੀਆਂ ਹੋਈਆਂ ਦਾਤਾਂ ਦਾ। ਜੀਵਨ ਦਾ ਹਰ ਪਲ ਲੱਗੇ ਭਰੀਆਂ ਤੁਹਾਡੀਆਂ ਕਰਾਮਾਤਾਂ ਦਾ। ਹਰ ਸਵਾਸ ਨਾਲ ਬਖਸ਼ਦੇ ਹੋ ਇੱਕ ਨਵਾਂ ਜੀਵਨ ਸੁਗਾਤਾਂ ਦਾ। ਸਤਸੰਗ ਹੋ ਜਾਂਦਾ ਉਹ ਪਲ ਜਦੋਂ ਜ਼ਿਕਰ ਹੋਵੇ ਰੱਬੀ ਬਾਤਾਂ ਦਾ। ਮੇਲ ਲਓ ਹੁਣ ਪਿਆਰੇ ਵਿਛੋੜਾ ਕਈ ਜਨਮਾਂ ਰੂਪੀ ਰਾਤਾਂ ਦਾ। ਬਰਜਿੰਦਰ ਸਿੰਘ ਦਾ ਤਾਂ ਤੁਹਾਡੇ ਨਾਲ ਰਿਸ਼ਤਾ ਹੈ ਜਜ਼ਬਾਤਾਂ ਦਾ। ਨਹੀਂ, ਜਜ਼ਬਾਤਾਂ ਦਾ ਰਿਸ਼ਤਾ ਜਿਹੜਾ ਹੈ ਨਾ, ਇਹ ਬਹੁਤਾ ਗਹਿਰਾ ਨਹੀਂ ਹੈ। ਇਹ ਤਾਂ ਬਾਹਰ ਦਾ ਹੀ ਰਿਸ਼ਤਾ ਹੋਇਆ। ਜਿਵੇਂ ਸ਼ਬਦਾਂ ਦਾ ਰਿਸ਼ਤਾ, ਤੁਹਾਨੂੰ ਮੇਰੇ ਸ਼ਬਦ ਚੰਗੇ ਲੱਗਦੇ ਹਨ ਅਤੇ ਰਿਸ਼ਤਾ ਬਣਿਆ ਰਹੇਗਾ। ਅਤੇ ਜਦੋਂ ਸ਼ਬਦ ਨਾ ਚੰਗੇ ਲੱਗੇ ਤਾਂ ਰਿਸ਼ਤਾ ਟੁੱਟ ਜਾਂਦਾ। ਇਸੇ ਕਰਕੇ ਕਹਿੰਦੇ ਹਨ ਨਾ ਆਮ ਦੁਨਿਆਵੀ ਲੋਕ ਵੀ ਕਿਸੇ ਨਾਲ ਰਿਸ਼ਤਾ ਬਣਾਉਣਾ ਹੈ ਜਾਂ ਬਣਾ ਹੀ ਰੱਖਣਾ ਹੈ ਤਾਂ ਚੰਗੇ ਚੰਗੇ ਸ਼ਬਦ ਬੋਲੋ।
ਭਾਵ ਕਿ ਖੁਸ਼ਾਮਤ ਕਰੋ, ਭਾਵੇਂ ਨਾਮ ਹੀ ਚਾਹੁੰਦੇ ਹੋ ਤਾਂ ਵੀ ਖੁਸ਼ਾਮਤ ਕਰੋ, ਤਾਂ ਹੀ ਰਿਸ਼ਤਾ ਬਣਦਾ ਰਹੇਗਾ। ਇੱਦਾਂ ਹੀ ਲੋਕ ਰਿਸ਼ਤੇ ਬਣਾ ਰੱਖਦੇ ਹਨ ਝੂਠੇ ਸ਼ਬਦਾਂ ਦੇ। ਅੰਦਰੋਂ ਅੰਦਰੋਂ ਕੁਛ ਹੋਰ ਹੁੰਦੇ ਹਨ, ਉੱਪਰੋਂ ਉੱਪਰੋਂ ਖੁਸ਼ਾਮਤ ਕਰਦੇ ਹਨ। ਅਤੇ ਜਿਹਦੇ ਨਾਲ ਬੋਲ ਚਾਲ ਬੰਦ ਹੋ ਜਾਵੇ ਉਹਦੇ ਨਾਲ ਰਿਸ਼ਤਾ ਵੀ ਖਤਮ ਹੋ ਜਾਂਦਾ ਹੈ, ਕਿਉਂਕਿ ਸ਼ਬਦਾਂ ਦਾ ਤਾਂ ਰਿਸ਼ਤਾ ਹੈ, ਬੋਲ ਚਾਲ ਦਾ ਹੀ ਤਾਂ ਰਿਸ਼ਤਾ ਹੈ। ਅਤੇ ਬੋਲ ਚਾਲ ਨਾ ਰਿਹਾ ਅਤੇ ਰਿਸ਼ਤਾ ਖਤਮ। ਅਤੇ ਸ਼ਬਦਾਂ ਦੇ ਰਿਸ਼ਤੇ ਜਿਹੜੇ ਹਨ ਇਹ ਤਾਂ ਬਹੁਤੇ ਗਹਿਰੇ ਨਹੀਂ ਹਨ। ਸ਼ਬਦਾਂ ਦਾ ਤਾਲਮੇਲ ਨਾ ਬੈਠਿਆ ਅਤੇ ਰਿਸ਼ਤਾ ਟੁੱਟ ਜਾਂਦਾ। ਹਾਂ, ਸ਼ਬਦਾਂ ਨਾਲੋਂ ਜਜ਼ਬਾਤਾਂ ਦਾ ਰਿਸ਼ਤਾ ਥੋੜ੍ਹਾ ਜਿਹਾ ਗਹਿਰਾ ਹੈ, ਭਾਵ ਦਾ ਰਿਸ਼ਤਾ। ਪਰ ਜਿਹੜੇ ਜਜ਼ਬਾਤ ਸ਼ਬਦਾਂ ਦੇ ਵਿੱਚ ਵੱਧ ਜਾਂਦੇ ਹਨ ਉਹ ਤਾਂ ਫਿਰ ਸ਼ਬਦਾਂ ਦਾ ਹੀ ਰਿਸ਼ਤਾ ਹੋ ਗਿਆ ਨਾ। ਜਿਹੜੇ ਭਾਵ ਸ਼ਬਦਾਂ ਦੇ ਵਿੱਚ ਆ ਜਾਂਦੇ ਹਨ ਉਹ ਤਾਂ ਭਾਵ ਓਪਰੇ ਹੋਏ ਨਾ। ਕੁਛ ਭਾਵ ਐਸੇ ਹੁੰਦੇ ਹਨ, ਕੁਛ ਜਜ਼ਬਾਤ ਐਸੇ ਹੁੰਦੇ ਹਨ ਜਿਹੜੇ ਸ਼ਬਦਾਂ ਦੇ ਵਿੱਚ ਨਹੀਂ ਆਉਂਦੇ, ਅਤੇ ਕੁਛ ਭਾਵ ਐਸੇ ਹੁੰਦੇ ਹਨ ਜਿਹੜੇ ਭਾਵਨਾ ਦੇ ਵਿੱਚ ਵੀ ਨਹੀਂ ਆਉਂਦੇ ਹਨ। ਅਤੇ ਜਿਹੜਾ ਭਾਵ ਭਾਵਨਾ ਵਿੱਚ ਹੀ ਨਹੀਂ ਆਉਂਦਾ ਹੈ ਉਸ ਭਾਵ ਨੂੰ ਸਮਝੋਗੇ ਕਿਵੇਂ? ਕਿਉਂਕਿ ਭਾਵਨਾ ਵਿੱਚ ਆਵੇਗਾ ਤਾਂ ਹੀ ਫਿਰ ਗਾਹਾਂ ਸ਼ਬਦਾਂ ਦੇ ਵਿੱਚ ਆਵੇਗਾ ਨਾ, ਅਤੇ ਸ਼ਬਦਾਂ ਦੇ ਵਿੱਚ ਆਵੇਗਾ ਤਾਂ ਫਿਰ ਅੱਗੇ ਯਾਤਰਾ ਬਾਹਰ ਦੀ ਕਰੇਗਾ। ਪਰ ਜਿਹੜਾ ਬਹੁਤ ਭਾਵ ਗਹਿਰਾ ਹੁੰਦਾ ਹੈ ਨਾ ਉਹ ਸ਼ਬਦਾਂ ਦੇ ਵਿੱਚ ਨਹੀਂ ਆਉਂਦਾ ਹੈ। ਕਈ ਵਾਰ ਤੁਸੀਂ ਵੀ ਦੇਖਿਆ ਹੋਵੇਗਾ, ਬਹੁਤ ਗਹਿਰੇ ਪ੍ਰੇਮ ਦੇ ਵਿੱਚ ਤੁਹਾਡਾ ਕੰਠ ਰੁਕ ਜਾਂਦਾ ਹੈ, ਤੁਸੀਂ ਬੋਲ ਨਹੀਂ ਪਾਉਂਦੇ, ਸ਼ਬਦ ਨਹੀਂ ਨਿਕਲਦੇ, ਭਾਵ ਬਹੁਤ ਗਹਿਰਾ। ਅਤੇ ਉਸ ਤੋਂ ਵੀ ਗਹਿਰਾ ਹੈ ਭਾਵ, ਹੋਰ ਵੀ ਗਹਿਰਾ ਹੈ। ਪਰ ਉਹ ਗਹਿਰਾ ਜਿਹੜਾ ਭਾਵ ਹੈ ਨਾ, ਭਾਵੇਂ ਸ਼ਬਦਾਂ ਦੇ ਵਿੱਚ ਨਾ ਵੀ ਆਵੇ ਤਾਂ ਵੀ ਉਹ ਯਾਤਰਾ ਤਾਂ ਕਰਦਾ ਹੀ ਹੈ। ਜਿਹੜਾ ਭਾਵ ਸ਼ਬਦਾਂ ਦੇ ਵਿੱਚ ਨਹੀਂ ਆਉਂਦਾ ਹੈ ਉਹ ਵੀ ਯਾਤਰਾ ਕਰਦਾ ਹੈ। ਅਤੇ ਜਿਹੜੇ ਲੋਕ ਭਾਵ ਨਹੀਂ ਸਮਝਦੇ ਹਨ ਉਹਨਾਂ ਨੂੰ ਸ਼ਬਦਾਂ ਦੁਆਰਾ ਸਮਝਾਇਆ ਜਾਂਦਾ ਹੈ। ਬਾਹਰ ਮੁੱਖ ਹਨ ਨਾ, ਅਤੇ ਸ਼ਬਦ ਬਾਹਰੋਂ ਰਿਸ਼ਤਾ ਬਣਾਉਂਦੇ ਹਨ, ਅਤੇ ਸ਼ਬਦਾਂ ਦਾ ਰਿਸ਼ਤਾ ਕੋਈ ਬਹੁਤਾ ਗਹਿਰਾ ਰਿਸ਼ਤਾ ਨਹੀਂ ਹੈ। ਤੁਸੀਂ ਪਰਮਾਤਮਾ ਦੇ ਨਾਲ ਸ਼ਬਦਾਂ ਦਾ ਰਿਸ਼ਤਾ ਬਣਾਓਗੇ ਅਤੇ ਉਪਰਾ ਉਪਰਾ ਬਣੂਗਾ। ਸ਼ਬਦ ਦੁਆਰਾ ਤੁਸੀਂ ਜ਼ਿਆਦਾ ਸ਼ਬਦਾਂ ਨੂੰ ਛੱਡਣਾ ਹੈ, ਇੱਕ ਸ਼ਬਦ ਦੁਆਰਾ ਫਿਰ ਸ਼ਬਦ ਤੋਂ ਗਹਿਰੇ ਭਾਵ ਦੇ ਵਿੱਚ ਉਤਰਨਾ ਹੈ। ਅਤੇ ਤੁਸੀਂ ਤਾਂ ਸ਼ਬਦਾਂ ਦੇ ਵਿੱਚ ਹੀ ਉਲਝ ਰਹੇ ਹੋ ਨਾ ਬਾਹਰ। ਸ਼ਬਦਾਂ ਨੂੰ ਜਿੰਨੇ ਮਰਜ਼ੀ ਵਿਚਾਰਦੇ ਰਹੋ, ਸਮਝਦੇ ਰਹੋ। ਇਵੇਂ ਹੀ ਪੁਰਾਣੇ ਸਮਿਆਂ ਦੇ ਵਿੱਚ ਸ਼ਾਸਤਰੀ ਕਰਦੇ ਹੁੰਦੇ ਸਨ। ਆਪ ਡੁੱਬੇ ਚੌਹਾਂ ਵੇਦ ਮੇਂ ਚੇਲੇ ਦੀਏ ਬਹਾਏ। ਸ਼ਾਸਤਰ ਪੜ੍ਹ ਪੜ੍ਹ ਕੇ ਆਪ ਵੀ ਡੁੱਬ ਗਏ ਅਤੇ ਜਿਨ੍ਹਾਂ ਨੂੰ ਸਮਝਾ ਰਹੇ ਸੀ ਉਹਨਾਂ ਨੂੰ ਡੋਬ ਲਿਆ। ਸ਼ਾਸਤਰਾਂ ਦੇ ਵਿੱਚ ਨਹੀਂ ਹੈ। ਇਹੋ ਹੀ ਤਾਂ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ। ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਕਣਾ ਚਾਕ। ਇੱਕੋ ਗੱਲ ਲੇਖੇ ਦੇ ਵਿੱਚ। ਇਸੇ ਕਰਕੇ ਤੇ ਕਿਹਾ ਹੈ ਉਹਨਾਂ ਨੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਇੱਥੇ ਤੇ ਅਨਪੜ੍ਹ ਵੀ ਜਿਹੜਾ ਹੈ ਨਾ
ਉਹ ਵੀ ਪਰਮਾਤਮਾ ਵੱਲ ਨੂੰ ਜਾ ਸਕਦਾ ਹੈ। ਤੇ ਅਰਜਨ ਬਣੋ। ਉਸ ਸਮੇਂ ਜਦੋਂ ਅਰਜਨ ਕ੍ਰਿਸ਼ਨ ਜੀ ਦੇ ਸਾਹਮਣੇ ਬੈਠਾ ਸੀ ਨਾ, ਤੇ ਉਸ ਸਮੇਂ ਸੀ ਉਹ ਅਰਜਨ। ਤੇ ਉਸ ਸਮੇਂ ਦੇ ਅਰਜਨ ਨੂੰ ਕ੍ਰਿਸ਼ਨ ਜੀ ਸਮਝਾ ਰਹੇ ਸਨ, ਤੁਸੀਂ ਅੱਜ ਦੇ ਅਰਜੁਨ ਬਣੋ, ਤੁਸੀਂ ਅੱਜ ਦੇ ਜਨਕ ਬਣੋ। ਅੱਜ ਦੇ ਹੀ ਬਣ ਸਕਦੇ ਹੋ ਨਾ, ਤੇ ਸਾਹਮਣੇ ਬੈਠ ਕੇ ਸੁਣੋ, ਵਰਤਮਾਨ ਦੇ ਵਿੱਚ ਸੁਣੋ। ਆਹ ਮੌਕਾ ਤੁਹਾਨੂੰ ਬਹੁਤ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲਿਆ ਹੋਇਆ। ਦੇਖੋ ਕਿੱਡਾ ਵਧੀਆ ਜੀਵਨ ਵੀ ਮਿਲ ਗਿਆ, ਖਾਣ ਪੀਣ ਨੂੰ ਵੀ ਪਰਮਾਤਮਾ ਦੇ ਰਿਹਾ ਹੈ ਜਿੰਨਾ ਕੁ ਚਾਹੀਦਾ ਹੈ। ਦੇਖੋ ਉਹਦੀ ਬਖਸ਼ਿਸ਼ ਤੇ ਪ੍ਰਭੂ ਦੀ ਬਖਸ਼ਿਸ਼ ਤੁਹਾਨੂੰ ਘਰ ਬੈਠਿਆਂ ਨੂੰ ਹੀ, ਜੋ ਕ੍ਰਿਸ਼ਨ ਨੇ ਅਰਜਨ ਨੂੰ ਦਿੱਤਾ ਸੀ, ਜਾਂ ਅਸ਼ਟਾਵਕਰ ਨੇ ਜਨਕ ਨੂੰ ਦਿੱਤਾ ਸੀ, ਜਾਂ ਗੁਰੂ ਨਾਨਕ ਦੇਵ ਜੀ ਨੇ ਬਾਬੇ ਲਹਿਣੇ ਨੂੰ ਦਿੱਤਾ ਸੀ। ਤੇ ਦੂਰੋਂ ਵੀ ਲਿਆ ਜਾ ਸਕਦਾ ਹੈ, ਪਰ ਉਹਦੇ ਵਾਸਤੇ ਪਾਤਰ ਬਣਨਾ ਹੈ। ਤੇ ਪਾਤਰ ਬਣਨ ਵਾਸਤੇ ਅੰਦਰੋਂ ਖਾਲੀ ਹੋਣਾ ਹੈ। ਸ਼ਬਦਾਂ 'ਚ ਨਾ ਜ਼ਿਆਦਾ ਉਲਝੋ, ਸ਼ਬਦਾਂ ਤੋਂ ਮੁਕਤ ਹੋਣਾ ਹੈ, ਵਿਚਾਰਾਂ ਤੋਂ ਮੁਕਤ ਹੋਣਾ ਹੈ। ਤੇ ਅਗਰ ਤੁਸੀਂ ਵਿਚਾਰ ਹੀ ਕਰਦੇ ਰਹੇ, ਵਿਚਾਰਾਂ 'ਚ ਹੀ ਉਲਝਦੇ ਰਹੇ, ਤੇ ਵਿਚਾਰ ਦੇ ਨਾਲ ਹੀ ਜੁੜੇ ਰਹੋਗੇ। ਇਵੇਂ ਹੀ ਤੇ ਧਾਰਮਿਕ ਲੋਕ ਵਿਚਾਰਾਂ 'ਚ ਹੀ ਉਲਝੇ ਹੋਏ ਹਨ, ਬਹੁਤ ਵਿਚਾਰ ਕਰੀ ਜਾਂਦੇ ਆ, ਵਿਚਾਰ ਵਿਚਾਰ ਕੇ ਆਪ ਹੀ ਉਲਝਦੇ ਹਨ, ਦੂਜਿਆਂ ਨੂੰ ਵੀ ਵਿਚਾਰਾਂ 'ਚ ਹੀ ਉਲਝਾ ਰਹੇ। ਨਹੀਂ, ਵਿਚਾਰਾਂ ਤੋਂ ਮੁਕਤ ਹੋਣਾ ਹੈ। ਇਸੇ ਕਰਕੇ ਕਿਹਾ ਹੈ ਵੀ ਇੱਕ ਸ਼ਬਦ ਦਾ ਚਿੰਤਨ ਕਰਨਾ ਹੈ, ਤੇ ਇੱਕ ਸ਼ਬਦ ਦੇ ਸਹਾਰੇ ਬਾਕੀ ਦੇ ਸ਼ਬਦਾਂ ਨੂੰ ਹੌਲੀ 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 ਤਿਆਗਦੇ ਜਾਣਾ ਹੈ। ਫਿਰ ਆਖਰ ਦੇ ਵਿੱਚ ਉਹ ਵੀ ਸ਼ਬਦ ਛੁੱਟੇਗਾ, ਫਿਰ ਤੁਸੀਂ ਭਾਵ ਦੇ ਵਿੱਚ ਉਤਰ ਜਾਓਗੇ।